स्टार सीजन 2 और ਅੱਜ ਮੈਂ ਆਈ ਹੋਈ ਹਾਂ ਮੋਹਾਲੀ ਦੇ ਇਵਨ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੇ ਹੌਕਸ ਜਿਮ ਦੇ ਵਿੱਚ ਜੋ ਕਿ ਮਾਊਂਟ ਵਿਊ ਜਿਹੜਾ ਹੋਟਲ ਹੈ ਉਸ ਦੇ ਵਿੱਚ ਹੈ ਸੋ ਅੱਜ ਇੱਥੇ ਅਸੀਂ ਜਿਸ ਆਰਟਿਸਟ ਨੂੰ ਸ਼ੂਟ ਕਰਨ ਆਏ ਹਾਂ ਜਿਨ੍ਹਾਂ ਦਾ ਜਿਮ ਸ਼ੂਟ ਕਰਨ ਆਏ ਉਹਨਾਂ ਦਾ ਨਾਮ ਹੈ ਵਿਕਰਮਜੀਤ ਸਿੰਘ ਵਿਰਕ ਤੁਸੀਂ ਕਾਫੀ ਫਿਲਮਸ ਦੇ ਵਿੱਚ ਉਹਨਾਂ ਨੂੰ ਦੇਖਿਆ ਹੈ ਤਾਮਿਲ ਹਿੰਦੀ ਪੰਜਾਬੀ ਫਿਲਮ ਦੇ ਵਿੱਚ ਵੀ ਆਏ ਹੋਏ ਨੇ ਸੋ ਅੱਜ ਉਹਨਾਂ ਦਾ ਜੋ ਵਰਕਆਊਟ ਸੈਸ਼ਨ ਅਸੀਂ ਇੱਥੇ ਕਵਰ ਕਰਨ ਆਏ ਹਾਂ ਸੋ ਵਿਕਰਮ ਆਲਮੋਸਟ ਆਪਣੇ ਵਰਕਆਊਟ ਦੇ ਨਾਲ ਡਨ ਹੋ ਚੁੱਕੇ ਹੈ ਆਲਮੋਸਟ ਡਨ ਕਰ ਚੁੱਕੇ ਆਪਣਾ ਵਰਕਆਊਟ ਸੋ ਉਹਨਾਂ ਨੂੰ ਜਾ ਕੇ ਡਿਸਟਰਬ ਕਰਦੇ ਆ ਪੁੱਛਦੇ ਆ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਰੂਟੀਨ ਰਹਿੰਦਾ ਹੈ ਵਰਕਆਊਟ ਦਾ ਕੀ ਉਹ ਕਰਦੇ ਨੇ ਆਪਣੇ ਵਰਕਆਊਟ ਸੈਸ਼ਨ ਦੇ ਵਿੱਚ ਔਰ ਕਿਹੜੀ ਡਾਈਟ ਜਿਹੜੀ ਉਹ ਲੈਂਦੇ ਨੇ ਸੋ ਆਓ ਚਲੋ ਤੰਗ ਕਰਦੇ ਆ ਹਾਈ ਵਿਕਰਮ ਹੈਲੋ ਹਾਊ ਆਰ ਯੂ ਆਈ ਐਮ ਡੂਇੰਗ ਗੁੱਡ ਹਾਊ ਆਰ ਯੂ ਵੈਰੀ ਗੁੱਡ ਸੋ ਮੈਂ ਕਹਿ ਰਹੀ ਸੀ ਕਿ ਵਿਕਰਮ ਨੂੰ ਤੰਗ ਕਰਦੇ ਆ ਥੋੜਾ ਜਿਹਾ ਜਾ ਕੇ ਕਿਉਂਕਿ ਵਿਕਰਮ ਬਹੁਤ ਸਟ੍ਰਿਕਟ ਨੇ ਆਪਣੇ रूटीन ਨੂੰ ਲੈ ਕੇ ਔਰ ਹਰ ਚੀਜ਼ ਉਹਨਾਂ ਨੂੰ ਜਿਹੜੀ ਹੈ ਟਾਈਮ ਟੂ ਟਾਈਮ ਚਾਹੀਦੀ ਹੈ ਬਿਲਕੁਲ ਪਰਫੈਕਟ ਚਾਹੀਦੀ ਹੈ ਸੋ ਵਿਕਰਮ ਸਟ੍ਰੈਚ ਮੈਨੂੰ ਲੱਗਦਾ ਤੁਹਾਡੀ ਸਟ੍ਰੈਚਿੰਗ ਆਲਮੋਸਟ ਡਨ ਹੈ ਹੁਣ ਓਕੇ ਸੋ ਜਦੋਂ ਤੱਕ ਵਿਕਰਮ ਆਪਣੀ ਸਟ੍ਰੈਚਿੰਗ ਕਰਦੇ ਆ ਉਦੋਂ ਤੱਕ ਆਪਾਂ ਤੁਹਾਨੂੰ ਦੂਸਰੀ ਜਗ੍ਹਾ 'ਤੇ ਲੈ ਕੇ ਜਾਣੇ ਜਿੱਥੇ ਮੈਂ ਔਰ ਵਿਕਰਮ ਅਸੀਂ ਕਰਾਂਗੇ ਗੱਲਾਂ ਬਾਤਾਂ ਉਦੋਂ ਤੱਕ ਤੁਸੀਂ ਦੇਖੋ ਵਿਕਰਮ ਦਾ ਜਿਹੜਾ ਇਹ ਵਰਕਆਊਟ ਸੈਸ਼ਨ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਵਿਕਰਮ ਦਾ ਵਰਕਆਊਟ ਸੈਸ਼ਨ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਸੋ ਵਿਕਰਮ ਬਹੁਤ ਮੈਨੂੰ ਲੱਗਦਾ ਜ਼ੋਰ ਅਸੀਂ ਜ਼ਿਆਦਾ ਅੱਜ ਲਵਾਇਆ ਹੈ ਕਿ ਰੋਜ਼ ਤੁਸੀਂ ਇੰਨਾ ਵਰਕਆਊਟ ਕਰਦੇ ਹੋ ਯਾ ਆਲਮੋਸਟ ਇੰਨਾ ਹੀ ਜ਼ੋਰ ਲੱਗ ਜਾਂਦਾ ਬਟ ਅੱਜ ਬਿਕੋਜ਼ ਆਫ ਦਾ ਵੈਦਰ ਇਜ਼ ਹੌਟ ਐਂਡ ਆਪਾਂ ਬਾਹਰ ਆਊਟਡੋਰ ਵਰਕਆਊਟ ਕੀਤਾ ਸੋ ਥੋੜਾ ਜਿਹਾ ਜ਼ਿਆਦਾ ਜ਼ੋਰ ਲੱਗਿਆ ਓਕੇ ਸੋ ਨਾਰਮਲੀ ਕਿੰਨੇ ਆਵਰਸ ਦਾ ਵਰਕਆਊਟ ਕਰਦੇ ਹੋ ਤੁਸੀਂ ਇਟ ਡਿਪੈਂਡਸ ਐਕਚੁਅਲੀ ਆਈ ਥਿੰਕ ਅਰਾਊਂਡ 2 ਆਵਰਸ ਸੋ ਇਟ ਇਨਕਲੂਡਸ ਲਾਈਕ pre-workout stretching, warm-up session, then weight training, then I do kind of little bit of kicks and boxing, then a little bit of cardio, then I complete my workout with stretching. So 2 ਘੰਟੇ ਸਵਾ 2 ਘੰਟੇ ਆਈ ਥਿੰਕ ਲੱਗ ਹੀ ਜਾਂਦੇ ਕਿਉਂਕਿ ਬਹੁਤ ਜ਼ਿਆਦਾ ਮਿਥ ਬਣਿਆ ਹੋਇਆ ਹੈ ਇੱਦਾਂ ਲਾਈਕ ਕਿ ਚਲੋ ਸਾਡੀ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਸਭ ਤੋਂ ਲੰਬੇ ਮੈਨੂੰ ਲੱਗਦਾ ਆਰਟਿਸਟ ਹੋ ਅਦਰਵਾਈਜ਼ ਠੀਕ ਹਾਈਟ ਜਿਹੜੀ ਹੈ ਨਾਰਮਲ ਹਾਈਟ ਹੁੰਦੀ ਹੈ ਔਰ ਵੈਸੇ ਕਹਿੰਦੇ ਕਿ ਜਿਹੜਾ ਹਾਈਟ ਲੰਬੀ ਹੁੰਦੀ ਹੈ ਉਹ ਜ਼ਿਆਦਾ ਆਪਣੀ ਬਾਡੀ ਨੂੰ ਸਟ੍ਰੈਚ ਨਹੀਂ ਕਰਨਾ ਪਸੰਦ ਕਰਦੇ ਆ ਜ਼ਿਆਦਾ ਜਿਹੜਾ ਹੈ ਉਹ ਨਹੀਂ ਜ਼ਿਆਦਾ ਨਾ ਤਾਂ ਹੁੰਦਾ ਤਾਂ ਇਹ ਮਿਥ ਹੀ ਹੈ ਸਿਰਫ ਕਿ ਇਹ ਸੱਚਾਈ ਹੈ ਡੈਫੀਨਿਟਲੀ ਇਟਸ ਅ ਮਿਥ ਐਕਚੁਅਲੀ ਕੀ ਹੁੰਦਾ ਹੈ ਕਿ ਥੋੜਾ ਜਿਹਾ ਹੁੰਦਾ ਵੀ ਹੈ ਜਦੋਂ ਤੁਹਾਡਾ weight ਓਵਰਵੇਟ ਹੁੰਦਾ ਔਰ ਬਿਕੋਜ਼ ਆਫ ਲੰਬੇ ਹੋਣ ਦੇ ਨਾਲ ਤੁਹਾਡੇ ਡੈਫੀਨਿਟਲੀ ਤੁਹਾਡੀਆਂ ਬੋਨਸ ਹੈਵੀ ਹੁੰਦੀਆਂ ਨੇ ਤੁਹਾਡਾ weight ਜਿਹੜਾ ਜੋ ਸਟੈਂਡਰਡ weight ਹੁੰਦਾ ਉਹ ਤੋਂ ਥੋੜਾ ਜ਼ਿਆਦਾ ਹੁੰਦਾ 10-15 ਕਿਲੋ ਜ਼ਿਆਦਾ ਹੁੰਦਾ ਸੋ weight ਜੇ ਜ਼ਿਆਦਾ ਹੋਇਆ ਤੁਹਾਡਾ ਤਾਂ ਉਹ ਆਟੋਮੈਟਿਕਲੀ ਬਾਡੀ ਥੋੜੀ ਸਲੋ ਹੋ ਜਾਂਦੀ ਹੈ ਹੁਣ ਜਿੰਨਾ ਸਟਰਕਚਰ ਤੁਹਾਡਾ ਬਣਿਆ ਹੋਇਆ ਜਿੰਨਾ weight ਚੁੱਕਣ ਦੇ ਹਿਸਾਬ ਨਾਲ ਬਣਿਆ ਹੋਇਆ ਤੁਹਾਡਾ weight ਉੱਤੇ ਜ਼ਿਆਦਾ ਪੈ ਗਿਆ ਸੋ ਥੋੜਾ ਸਲੋ ਹੋ ਜਾਂਦਾ ਬਟ ਆਈ ਥਿੰਕ ਹਾਈਟ ਲੰਬੀ ਹੋਣ ਦਾ ਬੈਨੀਫਿਟ ਹੈ ਬਹੁਤ ਪਹਿਲਾਂ ਮੈਨੂੰ ਵੀ ਇਦਾਂ ਲੱਗਦਾ ਹੁੰਦਾ ਸੀ ਮੈਨੂੰ ਆਈ ਯੂਜ਼ਡ ਟੂ ਥਿੰਕ ਕਿ ਵੈਨ ਆਈ ਸਟਾਰਟਡ ਗੈਟਿੰਗ ਇਨਟੂ ਮਾਡਲਿੰਗ ਐਂਡ ਆਈ ਯੂਜ਼ਡ ਟੂ ਥਿੰਕ ਕਿ 6 ਫੁੱਟ 3 ਇੰਚ ਬਹੁਤ ਜ਼ਿਆਦਾ ਹਾਈਟ ਹੈ ਕਿਉਂਕਿ ਮੈਂ ਬਹੁਤ ਪਤਲਾ ਸੀਗਾ ਬਹੁਤ ਲੀਨ ਹੁੰਦਾ ਸੀ ਮੈਂ ਦੇਖੀ ਐਂਡ ਪੀਪਲ ਯੂਜ਼ਡ ਟੂ ਸੀ ਲਾਈਕ ਦਿਸ ਸੋ ਮੈਨੂੰ ਬਹੁਤ ਆਡ ਫੀਲ ਹੁੰਦਾ ਸੀ ਯੂ ਨੋ ਸੋ ਆਈ ਵਾਸ ਸਟੱਡੀਇੰਗ ਇਨ ਦਿੱਲੀ ਯੂਨੀਵਰਸਿਟੀ ਐਂਡ ਆਲ ਦ ਪੀਪਲ ਅਰਾਊਂਡ ਮੀ ਦੇ ਵਾਸ ਲਾਈਕ 5'3", 5'4", 5'6", maybe 5'7". So basically, apni Indian standard height, if we say, I think 5'9", 5'10" for boys is enough, है ना? 5'10" no भी लम्बा ही गिनते हैं. So I am a bit tall. But then slowly I understood कि नहीं ये तो तेरा plus point है, that being tall is a really good thing. And फिर मैं थोड़ा weight put on किया and I gained like 15 kg. I became 100 kg and then थोड़ी ये कहते हैं कि personality च होर थोड़ा निखार आया. So then I got into like serious workout. ਪਹਿਲਾਂ ਤਾਂ ਥੋੜਾ ਬਹੁਤ ਖੇਡਦੇ ਸੀਗੇ. So then you know slowly I got introduced to the stretching and taekwondo and mixed martial arts and boxing and everything. So ਇਹ ਸਭ ਚੀਜ਼ਾਂ ਕਰਨ ਲਈ ਤੁਹਾਨੂੰ flexibility, strength, speed ਹੋਣੀ equally ਸਾਰਾ ਕੁਝ ਹੋਣਾ ਬਹੁਤ ਜ਼ਰੂਰੀ ਹੈ. So I balance that, everything I balance that. I love to do that actually. ਸੋ ਤੁਸੀਂ ਮਸਲਸ ਬਣਾਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂ ਓਵਰਆਲ ਆਪਣੀ ਇੱਕ ਅੱਛੀ ਫਿਜ਼ੀਕ ਦੇ ਲਈ ਜ਼ਿਆਦਾ ਜ਼ੋਰ ਦਿੱਤਾ ਸੀ ਨਹੀਂ ਮੈਂ ਮਸਲ ਬਣਾਉਣ 'ਤੇ ਕਦੇ ਵੀ ਜ਼ੋਰ ਨਹੀਂ ਦਿੱਤਾ ਮੈਂ ਆਮ ਨਾਟ ਦ ਵਨ ਹੂ ਗੋਜ਼ ਟੂ ਦ ਜਿਮ ਜਿਹੜਾ ਸਿਰਫ weight training ਕਰਕੇ weight ਚੁੱਕ ਕੇ weight ਲੋਹੇ ਨਾਲ ਮੱਥਾ ਮਾਰ ਕੇ ਘਰ ਆ ਜਾਣਾ no I never do that I do that as well ਮੈਂ weight training ਵੀ ਕਰਦਾ but
ਐਜ਼ I said ਕਿ ਮੈਂ ਸਾਰਾ ਕੁਝ ਬੈਲੈਂਸ ਕਰਕੇ ਰੱਖਦਾ। ਮੈਂ weight training for the strength ਜਾਂ muscle gain ਲਈ weight training ਕਰਦਾ, flexibility ਲਈ ਮੈਂ stretch ਕਰਦਾ ਬਹੁਤ, ਮੈਂ yoga ਕਰਦਾ। ਫਿਰ ਮੈਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਬਹੁਤ ਸ਼ੌਂਕ ਹੈ, ਜਿੱਦਾਂ ਤਾਈਕਵਾਂਡੋ, ਬਾਕਸਿੰਗ, ਫਿਰ ਮੂਆ ਥਾਈ ਜਾਂ ਮਿਕਸ ਮਾਰਸ਼ਲ ਆਰਟਸ ਦੇ ਜਿੰਨੀਆਂ ਵੀ ਮਾਰਸ਼ਲ ਆਰਟਸ ਦੀਆਂ ਫਾਰਮ ਨੇ ਡਿਫਰੈਂਟ ਮੈਨੂੰ ਸਿੱਖਣ ਦਾ ਬਹੁਤ ਸ਼ੌਂਕ ਹੈ। ਸੋ ਮੈਂ ਟਰਾਈ ਕਰਨਾ ਕਿ ਹਰ ਵਾਰੀ ਕੋਈ ਨਵੀਂ ਚੀਜ਼ ਸਿੱਖਾਂ। ਸੋ ਇਹ ਸਾਰਿਆਂ ਦੇ ਨਾਲ ਮੈਂ ਆਪਣਾ ਵਰਕਆਊਟ ਜਿਹੜਾ ਬੈਲੈਂਸ ਕਰਦਾ। ਸੋ ਆਈ ਲਾਈਕ ਦੈਟ ਵੇ। ਓਕੇ, ਸੋ ਵੈਸੇ ਤੇ ਮੁੰਬਈ ਰਹਿੰਦੇ ਨੇ, ਬੰਬੇ ਬੰਬੇ ਆ ਕਹਿੰਦੇ ਆ ਵਿਕਰਮ, ਵੈਸੇ ਉੱਥੇ ਰਹਿੰਦੇ ਨੇ ਬਟ ਹੁਣ ਪੰਜਾਬ ਆਏ ਹੋਏ ਨੇ। ਸੋ ਅੱਜ ਆਪਾਂ ਕਾਫੀ ਟਾਈਮ ਤੋਂ, ਵੈਸੇ ਮੈਂ ਤੁਹਾਨੂੰ ਦੱਸ ਦਵਾਂ, ਇਹ ਗੱਲਬਾਤ ਚੱਲ ਰਹੀ ਸੀ ਕਿ ਇਹ ਵਾਲਾ ਆਪਾਂ ਸ਼ੂਟ ਕਰਨਾ ਹੈ ਬਟ ਲੋਕਡਾਊਨ ਹੋਣ ਦੇ ਕਾਰਨ ਇਹ ਥੋੜਾ ਜਿਹਾ ਡਿਲੇ ਹੋ ਗਿਆ। ਬਟ ਫਾਈਨਲੀ ਵਿਕਰਮ ਇੱਥੇ ਆਏ, ਅਸੀਂ ਇਹ ਸ਼ੂਟ ਕਰ ਰਹੇ। ਸੋ ਵਿਕਰਮ, ਉੱਥੋਂ ਦਾ ਤੁਹਾਡਾ ਕੀ ਸਕੇਜੂਲ ਹੈ ਔਰ ਇੱਥੇ ਕਿਉਂਕਿ ਹੁਣ ਤੁਸੀਂ ਕੁਝ ਦਿਨਾਂ ਲਈ ਆਏ ਹੋਏ ਹੋ, ਓਬਵੀਅਸਲੀ ਤੁਹਾਡੀ ਸ਼ੂਟਿੰਗਸ ਦਾ ਵੀ ਜ਼ੋਰ ਹੈਗਾ। ਸੋ ਆਪਣਾ ਸਕੇਜੂਲ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ ਫਿਰ? ਆਈ ਥਿੰਕ ਮੈਨੂੰ ਲੱਗਦਾ ਬੰਦੇ ਕੋਲ ਜਿੰਨਾ ਜ਼ਿਆਦਾ ਕੰਮ ਕਰਨ ਨੂੰ ਹੋਵੇ ਨਾ, ਉਨਾ ਉਹ ਹਰ ਕੰਮ ਵਧੀਆ ਤਰੀਕੇ ਨਾਲ ਕਰਦਾ। ਜਿੰਨਾ ਬੰਦਾ ਵਿਹਲਾ ਹੋਵੇ ਉਨਾ ਹੀ ਉਹ ਲੇਜ਼ੀ ਹੋ ਜਾਂਦਾ ਔਰ ਉਨਾ ਹੀ ਉਹ ਹਰ ਕੰਮ ਨੂੰ ਡਿਲੇ ਕਰਦਾ। ਤੁਹਾਡੇ ਕੋਲ ਜਿੰਨਾ ਘੱਟ ਟਾਈਮ ਹੋਵੇ, ਜ਼ਿਆਦਾ ਕੰਮ ਕਰਨ ਨੂੰ ਹੋਵੇ, ਤੁਸੀਂ ਹਰ ਕੰਮ ਸਪੀਡ ਨਾਲ ਤੇ ਵਧੀਆ ਕਰਦੇ ਹੋ। ਤੁਹਾਡੀ ਬੋਡੀ ਦਿਮਾਗ ਤੁਹਾਡਾ ਬਹੁਤ ਐਕਟਿਵ ਰਹਿੰਦਾ, which is scientifically proven I guess। ਸੋ ਲੋਕਡਾਊਨ ਸੀਗਾ ਸਾਰਿਆਂ ਦੇ ਨਾਲ, ਮੈਂ ਵੀ ਥੋੜਾ ਜਿਹਾ ਸੁਸਤ ਸੀਗਾ ਬਟ I was doing my workout and everything। ਤੇ ਡਾਈਟ ਥੋੜੀ ਜਿਹੀ ਖਰਾਬ ਹੋ ਗਈ ਸੀ, ਪਰੌਂਠੇ ਜ਼ਿਆਦਾ ਖਾਣ ਲੱਗ ਗਿਆ ਸੀਗਾ। ਬੀਇੰਗ ਅ ਪੰਜਾਬੀ ਹੈ ਨਾ, ਪਿੰਡ ਵਾਲੇ ਦੇਸੀ ਘਿਓ ਤੇ ਪਰੌਂਠਿਆਂ ਨਾਲ ਬਹੁਤ ਜ਼ਿਆਦਾ ਪਿਆਰ ਆ ਛੋਟੇ ਹੁੰਦਿਆਂ ਤੋਂ। ਸੋ ਬਟ ਆਈ ਥਿੰਕ ਜਿੰਨਾ ਤੁਹਾਡਾ ਕੰਮ ਜ਼ਿਆਦਾ ਹੁੰਦਾ, ਨੋਰਮਲੀ ਮੈਂ ਸਵੇਰੇ weight training ਜਾਂ ਵਰਕਆਊਟ ਕਰਨਾ ਪ੍ਰੈਫਰ ਕਰਦਾ। ਬਟ ਵੈਨ ਆਮ ਵਰਕਿੰਗ, ਵੈਨ ਆਮ ਸ਼ੂਟਿੰਗ ਔਰ ਡੂਇੰਗ ਐਨੀਥਿੰਗ ਐਲਸ, ਫਿਰ ਸ਼ੂਟ ਖਤਮ ਹੋਣ ਤੋਂ ਬਾਅਦ ਸ਼ਾਮੀ ਜਿਵੇਂ ਆਪਾਂ ਬਹੁਤ ਟਾਇਰਡ ਵੀ ਹੋ ਜਾਂਦੇ ਹਾਂ, ਕਈ ਵਾਰੀ ਹੈਵੀ ਐਕਸ਼ਨ ਸੀਕੁਐਂਸਿਸ ਹੁੰਦੇ ਨੇ, ਬਟ ਆਈ ਨੈਵਰ ਵਾਂਟ ਟੂ ਮਿਸ ਮਾਈ ਜਿਮ, ਮਾਈ ਵਰਕਆਊਟ। ਸੋ ਮੈਂ 1-1.5 ਘੰਟਾ ਵਰਕਆਊਟ ਆਪਣਾ ਕਰਦਾ ਹੀ ਹਾਂ। ਜਦੋਂ ਮੈਂ ਸ਼ੂਟਿੰਗ ਕਰਦਾ, ਮੋਸਟਲੀ ਪੋਸਟ ਕਰਦਾ, ਕਿਉਂਕਿ ਆਪਾਂ ਸ਼ੂਟਿੰਗ ਅਰਲੀ ਸ਼ੁਰੂ ਕਰਦੇ ਹਾਂ 6 ਵਜੇ ਜਾਂ 7 ਵਜੇ। ਸੋ ਵੀ ਫਿਨਿਸ਼ ਬਾਈ 6 or 7 in the evening। ਸੋ ਦੈਨ ਆਈ ਕੰਪਲੀਟ ਮਾਈ ਵਰਕਆਊਟ ਫॉर 2 hours ਜਾਂ 1.5 ਘੰਟਾ ਜਿੰਨਾ ਵੀ ਟਾਈਮ ਮਿਲੇ। ਓਕੇ, ਸੋ ਫਿਰ ਥੋੜਾ ਜਿਹਾ ਖਾ ਪੀ ਕੇ ਟਾਈਮ ਨਾਲ ਸੌਂ ਜੀਦਾ। ਮੈਂ ਸੋਚ ਰਹੀ ਸੀ ਮੁੰਬਈ ਵੀ ਸੇਮ ਹੀ ਰਹਿੰਦਾ। Bombay, I wake up, the first thing I do bit of meditation, I do bit of yoga, Gurdwara Sahib jaida, then gym jana। So I complete my workout by 9:30, 10। Not like Bombay, Bombay loki 11-12 ਵਜੇ gym ਜਾਂਦੇ ਆ, but I go early like 8 ਵਜੇ। So I finish everything by 10-10:30 and then by 11 I'm ready for the day। ਮੈਂ ਸੁਣਿਆ ਤੁਸੀਂ ਆਪਣੇ ਰੂਟੀਨ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਹੋ। Is it? Definitely। Starting See, one should have to be, because ਮੇਰਾ ਬੈਕਗ੍ਰਾਉਂਡ ਜਿਹੜਾ ਉਹ ਹੋਰ ਹੈ। I'm not from the filmy background। ਮੈਨੂੰ ਸਾਰਾ ਕੁਝ ਈਜ਼ੀ ਨਹੀਂ ਮਿਲ ਸਕਦਾ ਹੈ ਨਾ, ਮੈਨੂੰ ਹਰ ਚੀਜ਼ ਲਈ ਬਹੁਤ ਭੱਜਣਾ ਪੈਂਦਾ। ਸੋ ਅਗਰ ਮੈਂ ਸਟ੍ਰਿਕਟ ਨਹੀਂ ਰਵਾਂਗਾ, ਮੇਰਾ ਸਕੇਡਿਊਲ ਜਿਹੜਾ ਪ੍ਰੋਪਰ ਘੈਂਟ ਵਧੀਆ ਨਹੀਂ ਹੋਊਗਾ, ਦਿਮਾਗ ਉਵੇਂ ਦਾ ਨਹੀਂ ਹੋਊਗਾ, ਤਾਂ ਫਿਰ ਉਹ ਚੀਜ਼ਾਂ ਉਹਨੂੰ ਦੂਰ ਹੁੰਦੀਆਂ ਜਾਂਦੀਆਂ ਨੇ। ਸੋ ਇਹ ਚੀਜ਼ਾਂ ਪਾਉਣ ਲਈ ਤੁਹਾਨੂੰ ਯੂ ਹੈਵ ਟੂ ਬੀ ਸਟ੍ਰਿਕਟ, ਯੂ ਹੈਵ ਟੂ ਬੀ ਲਿਟਲ ਟਫ ਟੂ yourself, you have to be on time, you have to be punctual ਹੋਣਾ ਜ਼ਰੂਰੀ ਹੈ। I like doing that। ਥੋੜੇ ਫਿਰ ਇਹ ਸਾਇੰਟੀਫਿਕਲੀ ਚੀਜ਼ਾਂ ਨੇ ਕਿ ਤੁਸੀਂ ਕੋਈ ਵੀ ਚੀਜ਼, ਮੇਰੇ ਖਿਆਲ 'ਚ 21 ਦਿਨ ਤੁਸੀਂ ਇੱਕ ਚੀਜ਼ ਕਹਿੰਦੇ 6 ਵਜੇ ਉੱਠਣ ਲੱਗ ਗਏ, 21 ਦਿਨ ਕਰਦੇ ਹੋ, ਫਿਰ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ, ਉਹ ਰੂਟੀਨ ਬਣ ਜਾਂਦਾ। ਸੋ ਇਹੀ ਚੀਜ਼ਾਂ ਨੇ, ਜੇ ਤੁਸੀਂ ਜਿਹੜਾ ਸਕੇਡਿਊਲ ਫੋਲੋ ਕਰਨ ਦੀ ਗੱਲ ਕਰੋ ਜਾਂ ਕੋਈ ਵੀ ਆਪਣੀ ਚੀਜ਼ ਤੁਸੀਂ ਸਟ੍ਰਿਕਟ ਹੋ ਕੇ ਕੰਮ ਕਰਦੇ ਹੋ, ਤੁਸੀਂ ਕੁਝ ਦਿਨ ਕਰੋ, ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਉਹ ਆਟੋਮੈਟਿਕਲੀ ਤੁਹਾਡੀ ਬਾਡੀ 'ਚ, ਤੁਹਾਡੇ ਸਰੀਰ 'ਚ, ਤੁਹਾਡੇ ਦਿਮਾਗ 'ਚ ਬਹਿ ਜਾਂਦਾ। ਦੈਨ ਆਪਣੇ ਆਪ ਫੰਕਸ਼ਨ ਹੁੰਦਾ ਸਾਰਾ ਕੁਝ, ਔਰ ਪਾਰਟ ਬਣ ਜਾਂਦਾ ਇੱਕ ਸਾਡੇ ਡੇਲੀ ਰੂਟੀਨ ਦਾ। ਸੋ ਮੈਂ ਹੁਣ ਟਰਾਈ ਕਰੂੰਗੀ 21 ਦਿਨ ਪਹਿਲੇ ਮੈਂ ਕੋਸ਼ਿਸ਼ ਕਰੂੰਗੀ ਮੈਂ ਲਗਾਤਾਰ ਸਵੇਰੇ अर्ਲੀ ਉੱਠਾਂ, ਉਸ ਤੋਂ ਬਾਅਦ ਜੋ ਵੀ ਮੇਰਾ ਜਿੰਨਾ ਕੁ ਮੈਂ ਕਰ ਸਕਦੀ ਹਾਂ, ਕਿਉਂਕਿ ਬੋਡੀ ਦਾ ਓਬਵੀਅਸਲੀ ਹੈ ਨਾ ਵਿਕਰਮ, ਇੱਕ ਹਿਸਾਬ ਹੁੰਦਾ ਹੈ। ਸੀ ਬੋਡੀ ਦਾ ਹਿਸਾਬ ਹੁੰਦਾ ਡੈਫੀਨਿਟਲੀ, ਹਰ ਇੱਕ ਦਾ ਸਰੀਰ ਵੱਖਰਾ। ਕਈ ਹੁੰਦੇ ਨੇ ਬਹੁਤ, ਮੈਂ ਕਹਿੰਦਾ ਸਟੀਲ ਬੋਡੀ ਉਹਨਾਂ ਦੀ, ਉਹ ਬਿਲਕੁਲ ਫਿੱਟ, ਕੁਦਰਤੀ ਫਿੱਟ ਹੁੰਦੇ ਨੇ, ਉਹ ਕਿੰਨਾ ਵੀ ਖਾਈ ਜਾਣ, ਕੁਝ ਵੀ ਕਰੀ ਜਾਣ, ਮਿੱਠਾ ਖਾਈ ਜਾਣ, ਉਹਨਾਂ ਨੂੰ ਇਫੈਕਟ ਨਹੀਂ ਹੁੰਦਾ ਨਾ। ਕਈ ਲੋਕੀ ਹੁੰਦੇ ਨੇ, ਉਹ ਕਹਿੰਦੇ ਸਾਨੂੰ ਪਾਣੀ ਵੀ ਲੱਗਦਾ। ਬਿਲਕੁਲ। ਸੋ ਮੈਨੂੰ ਲੱਗਦਾ ਜਿਹੜੇ ਪਾਣੀ ਜਿਨ੍ਹਾਂ ਨੂੰ ਲੱਗਦਾ, ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਵਰਕਆਊਟ ਕਰਨ ਦੀ ਲੋੜ ਹੈ ਹਨਾ। ਬਿਲਕੁਲ। ਸੋ ਇੱਕ ਵਾਰੀ ਆਪਾਂ ਸ਼ੁਰੂ ਕਰ ਦਈਏ, ਸਿਰਫ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਨਾ ਸਾਡਾ ਦਿਮਾਗ ਜਿਹੜਾ ਇੱਕ ਸਵਿਚ ਵਾਂਗ ਕੰਮ ਕਰਦਾ। ਜੇ ਤੁਸੀਂ ਉਹ ਸਵਿਚ ਔਨ ਕਰ ਦਿਓ ਕਿ ਇਹ ਕੰਮ ਮੈਂ ਕਰਨਾ ਹੀ ਕਰਨਾ, ਉਹ ਹੋਊਗਾ, ਡੈਫੀਨਿਟਲੀ ਉਹ ਹੋਊਗਾ। ਕਈ ਵਾਰੀ ਆਪਾਂ ਲੇਜ਼ੀ ਹੁੰਦੇ, ਆਪਾਂ ਕਹਿੰਦੇ ਕੱਲ ਕਰਾਂਗੇ ਜਾਂ ਸ਼ਾਮ ਨੂੰ ਕਰਦੇ ਹਾਂ, ਫਿਰ ਸ਼ੁਰੂ ਕਰਦੇ ਹਾਂ, ਕੋਈ ਨਹੀਂ ਕਰਦੇ ਹਾਂ, ਫਿਰ ਉਹ ਚੀਜ਼ਾਂ ਡਿਲੇ ਹੁੰਦੀਆਂ ਨੇ। ਸਿਆਣੇ ਕਹਿੰਦੇ ਟੁਮਾਰੋ ਨੈਵਰ ਕਮਸ। ਸੋ ਇਸ ਤੋਂ ਪਹਿਲਾਂ ਮੈਂ ਡਾਈਟ ਦੇ ਬਾਰੇ ਤੁਹਾਡੀ ਗੱਲ ਕਰਾਂ ਕਿ ਤੁਸੀਂ ਕੀ ਡਾਈਟ ਲੈਂਦੇ ਹੋ ਔਰ ਕਿਸ ਤਰ੍ਹਾਂ ਤੁਹਾਡੀ ਕਿੰਨੀ ਮੀਲਸ ਹੈਗੀ ਹੈ ਡੇ ਦੇ, ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਪੁੱਛੂੰਗੀ ਕਿਉਂਕਿ ਸਾਡੀ ਬਾਡੀ ਦੇ ਵਿੱਚ ਇੱਕ
ਇਦਾਂ ਦਾ ਪਾਰਟ ਹੁੰਦਾ ਜਿੱਥੇ ਸਾਨੂੰ ਥੋੜਾ ਜਿਹਾ ਘੱਟ ਫੋਕਸ ਕਰਨ ਦੀ, ਹਾਲਾਂਕਿ ਹਰ ਪੂਰੀ ਬੋਡੀ ਤੇ ਫੋਕਸ ਇਕੁਅਲ ਕਰਨ ਦੀ ਲੋੜ Right, ਹੁੰਦੀ ਹੈ, right. ਬਟ ਕੁਝ ਇਦਾਂ ਦੇ ਬੋਡੀ ਪਾਰਟਸ ਹੁੰਦੇ ਆ ਜੋ ਸਾਨੂੰ ਲੱਗਦਾ ਹੈ ਕਿ ਹਾਂ ਇੱਥੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਔਰ ਇਸ ਤੇ ਠੀਕ ਹੈ ਮੈਂ ਥੋੜੀ ਘੱਟ ਵੀ ਕਰੂੰਗਾ ਤੇ ਤਾਂ ਵੀ ਉਹ ਵਧੀਆ ਲੱਗੂਗਾ। ਸੋ ਵਿਕਰਮ ਦਾ ਕਿਹੜਾ ਇਦਾਂ ਦਾ ਬੋਡੀ ਪਾਰਟ ਹੈ ਜਿੱਥੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਔਰ ਜ਼ਿਆਦਾ ਉਹਨੂੰ ਪਾਲਿਸ਼ ਜਿਹੜਾ ਰੱਖਣਾ ਪੈਂਦਾ ਕਰਕੇ? ਮੇਰਾ ਕੋਰ, ਮੇਰੇ 6 ਪੈਕਸ ਜਿਹੜੇ ਦ ਮੋਸਟ ਇੰਪੋਰਟੈਂਟ ਪਾਰਟ ਆਫ ਯੋਰ ਬੋਡੀ। ਮੇਰੀ ਲੋਅਰ ਬੈਕ 'ਚ ਥੋੜੀ ਜਿਹੀ ਇੰਜਰੀ ਹੋ ਗਈ ਸੀਗੀ ਫਿਊ ਇਅਰਸ ਅਗੋ ਬਿਕਾਜ਼ ਆਫ ਦਾ ਹੈਵੀ ਲਿਫਟਿੰਗ। ਓਕੇ। ਤੇ ਬੀਇੰਗ ਅ ਟਾਲ ਗਾਏ ਹਨਾ 6 ਫੁੱਟ 3 ਇੰਚ ਹਾਈਟ ਦੇ ਕਾਰਨ ਜਦੋਂ ਤੁਸੀਂ weight ਲਿਫਟ ਜਾਂ ਕੋਈ ਵੀ ਕੰਮ ਕਰਦੇ ਹੋ, ਬੀਇੰਗ ਕੰਪੇਅਰ ਟੂ ਦ ਸ਼ਾਰਟ ਗਾਏ ਐਂਡ ਟਾਲ ਗਾਏ ਦੇयर इज ਅ ਬਿਟ ਡਿਫਰੈਂਟ ਹੈ ਨਾ, ਬਿਲਕੁਲ। ਕਿਉਂਕਿ ਉਹ ਰੇਂਜ ਆਫ ਮੋਸ਼ਨ ਬਹੁਤ ਉਹ ਲੰਮੀ ਹੋ ਥੋੜ੍ਹਾ ਜਾਂਦੀ, ਜਿਹਾ ਜ਼ਿਆਦਾ ਹੋ ਹੋ ਜਾਂਦਾ, ਜਾਂਦਾ। ਬਿਲਕੁਲ। ਸੋ ਉਹਦੇ ਕਰਕੇ ਮੈਨੂੰ ਇੰਜਰੀ ਹੋ ਗਈ ਸੀ। ਫਿਰ ਮੈਨੂੰ ਕੋਰ ਹੁਣ ਜ਼ਿਆਦਾ ਧਿਆਨ ਦੇਣਾ ਪੈਂਦਾ ਲੋਅਰ ਬੈਕ ਤੇ ਕੋਰ ਤੇ ਉਹਨੂੰ ਸਟਰੋਂਗ ਰੱਖਣ ਲਈ, ਜੋ ਕਿ ਮੈਂ ਨਹੀਂ ਕਰ ਪਾਉਂਦਾ ਕਿਉਂਕਿ ਮੈਂ ਪਰੌਠੇ ਖਾਣ ਦਾ ਬਹੁਤ ਸ਼ੌਕੀਨ ਆ। ਐਂਡ ਬਿਕਾਜ਼ ਆਫ ਦਿਸ ਲੋਕਡਾਊਨ I gain few 2-3 kilos and it's a bit difficult, 2 but and 3 kilos? I think that's too much. ਸਾਡੇ ਲਈ ਇੰਨਾ ਤਾਂ ਵੀ gain ਛੋਟਾ ਕਰ ਦਿੰਦੇ ਹੈ, ਹੋ। ਸਾਡੇ ਲਈ ਤਾਂ ਥੋੜਾ ਓਕੇ ਬਸ ਇੰਨਾ ਅੱਛਾ। ਕਿਉਂਕਿ ਤੁਹਾਡੀ ਬਾਡੀ ਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਇੰਨੇ 'ਚ ਹੀ ਖਰਾਬ ਹੋ ਜਾਂਦੀ ਹੈ। ਬਿਲਕੁਲ, 3 kilos 4 kilos is more than enough ਹੈ ਨਾ। ਸੋ ਮੈਨੂੰ ਕੋਰ ਤੇ ਜ਼ਿਆਦਾ ਫੋਕਸ ਕਰਨਾ ਪੈਂਦਾ। ਐਂਡ ਇਫ ਯੂ ਆਸਕ ਦ ਅਦਰ ਥਿੰਗ ਕਿ ਕਿਹੜੀ ਚੀਜ਼ ਤੁਹਾਡੀ ਬਾਡੀ 'ਚ ਵਧੀਆ ਆ, ਜਿੱਤੇ ਮੇਰੀਆਂ ਲੈਗਸ, like I am maybe I would say I'm blessed with the good genetics that ਮੇਰੀਆਂ legs ਜਿਹੜੀਆਂ which is perfectly fine, ਜੋ ਕਿ ਲੋਕਾਂ ਦੀਆਂ ਨਹੀਂ ਹੁੰਦੀਆਂ। ਲੋਕਾਂ ਦੀਆਂ legs ਜਾਂ calf ਬਹੁਤ ਛੋਟੇ ਛੋਟੇ ਮਸਲ ਹੁੰਦੇ ਨੇ, they really need to work hard on that, but ਮੇਰੀਆਂ ਉਹ ਕੁਦਰਤੀ ਠੀਕ ਨੇ, ਵਧੀਆ ਨੇ, but I have to more work on my core because ਮੇਰਾ structure broad ਆ, so I have to really, ਮੇਰੇ ਥੋੜਾ ਜਿਹਾ ਵੀ fat ਆਏ ਉਹ ਜ਼ਿਆਦਾ ਦਿਖਦਾ ਢਿੱਡ ਤੇ, so I have to really keep it, you know। ਅੱਛਾ ਅੱਛਾ, ਇੱਕ ਇਹ ਵੀ ਚੀਜ਼ ਹੈ, ਤੁਸੀਂ ਹੁਣ ਜਿੱਦਾਂ ਕਹਿ ਰਹੇ ਹੋ ਕਿ ਲਾਈਕ ਕਿ ਬਹੁਤ ਅੱਛੀ ਹਾਈਟ ਹੈ ਨਾ, ਔਰ ਬੋਡੀ ਜਿਹੜੀ ਬ੍ਰੌਡ ਹੈ, ਬਟ ਕਹਿੰਦੇ ਹੈ ਕਿ ਠੀਕ ਹੈ ਜਿਹੜਾ ਲੰਬਾ ਬੰਦਾ ਹੋਏਗਾ ਉਹਦੇ ਥੋੜਾ ਪੇਟ ਟਿਕਲਾ ਕੇ ਜ਼ਿਆਦਾ ਪਤਾ ਨਹੀਂ ਚੱਲਦਾ, ਪਰ ਤੁਸੀਂ ਕਹਿ ਰਹੇ ਹੋ ਨਹੀਂ, ਉਹ ਨੋਟਿਸ ਹੁੰਦੀ ਹੈ ਚੀਜ਼। ਨਹੀਂ ਐਗਜ਼ੈਕਟਲੀ ਇਹ ਨਹੀਂਗਾ, ਪਤਾ ਨਹੀਂ ਚੱਲਦਾ, ਬਟ ਸੀ ਇਹ ਛੋਟਾ ਵੱਡਾ ਕੁਝ ਨਹੀਂ ਹੁੰਦਾ, ਮੇਰੇ ਖਿਆਲ 'ਚ ਸਭ ਦਾ ਪਤਾ ਚੱਲਦਾ। ਕਈਆਂ ਦਾ ਸਟਰਕਚਰ ਬ੍ਰੌਡ ਹੁੰਦਾ ਹੈ, ਕਈਆਂ ਦੀ ਵੇਸਟ ਸਾਈਜ਼ ਜਿਹੜਾ ਕੁਦਰਤੀ ਜਿਹੜਾ ਸਟਰਕਚਰ ਹੈ ਉਹ ਛੋਟਾ ਹੁੰਦਾ, ਉਹਨਾਂ ਦਾ ਵੇਸਟ ਘੱਟ ਹੋਊਗਾ। ਜਿਹੜੇ ਬੋਨ ਸਾਈਜ਼ ਆਪਾਂ ਕਹਿੰਦੇ ਆ, ਜਿਹੜਾ ਬੋਨ ਛੋਟੇ ਹੁੰਦੇ ਆ, ਮੇਰਾ ਕੁਦਰਤੀ ਬੋਨ ਸਾਈਜ਼ ਜਿਹੜਾ ਬਹੁਤ ਹੈਵੀ ਆ, ਹੈ ਨਾ। ਹੁਣ ਇਫ ਯੂ ਸੀ ਨਾਰਮਲੀ ਆਈ ਡੋਂਟ ਲੁੱਕ ਲਾਈਕ 100 kg, ਬਟ ਆਈ ਐਮ 100 kg. I don't have that much muscle, but maybe the bone is heavy, है ना? Right, Bone is bigger than if you compare with the normal and maybe any other person. So waist size थोड़ा ज़्यादा होता है, so I need to work hard on this. ਸੋ ਹੁਣ ਡਾਈਟ ਤੇ ਆਉਂਦੇ ਹਾਂ। ਸੋ ਕੀ ਰੂਟੀਨ ਹੈ ਡਾਈਟ ਦਾ? ਤੁਸੀਂ ਕਹਿ ਰਹੇ ਸੀ ਕਿ ਪਰਾਂਠੇ ਬਹੁਤ ਖਾਏ ਲੋਕਡਾਊਨ ਦੇ ਵਿੱਚ, ਸੋ ਉਹ ਕਦੋਂ ਫੀਲ ਹੋਇਆ ਵਿਕਰਮ ਨੂੰ ਕਿ ਵਿਕਰਮ ਬਸ ਹੁਣ ਪਰਾਂਠੇ ਤਾਂ ਇਹ ਲੋਕਡਾਊਨ ਤਾਂ ਰਹਿਣਾ ਹੈ, ਪਿਛਲੀ ਲਾਸਟ ਟਾਈਮ ਬਹੁਤ ਲੰਬਾ ਲੋਕਡਾਊਨ ਰਿਹਾ ਸੀਗਾ ਕਿ ਇਹ ਤਾਂ ਲੰਬਾ ਚੱਲਦਾ ਰਹੂਗਾ, ਪਰ ਆਪਣੀ for 4-5 months, yeah. ਬਿਲਕੁਲ ਆਪਣੀ ਡਾਈਟ ਤੇ ਵਾਪਸ ਆਓ ਤੇ ਆਪਣੀ ਰੂਟੀਨ ਤੇ ਜਿਹੜਾ ਹੈ ਉਹ ਤੇ Yeah, ਵਾਪਸ it's really difficult ਜਦੋਂ ਤੁਸੀਂ as I said earlier ਕਿ ਜਦੋਂ ਤੁਸੀਂ ਜਿੰਨਾ ਤੁਹਾਡੇ ਕੋਲ ਜ਼ਿਆਦਾ ਕੰਮ ਹੁੰਦਾ ਉਹਨਾਂ ਤੁਸੀਂ ਐਕਟਿਵ ਹੁੰਦੇ ਹੋ, ਔਰ ਜਿੰਨਾ ਤੁਹਾਡੇ ਕੋਲ ਕੰਮ ਹੁਣ ਲੋਕਡਾਊਨ 'ਚ ਤਾਂ ਕੰਮ ਕੀ ਕੱਖ ਵੀ ਨਹੀਂ ਸੀਗਾ, ਫਿਰ ਤੁਹਾਡਾ ਮਾਈਂਡ ਵੀ ਉਵੇਂ ਹੀ ਫੰਕਸ਼ਨ ਕਰਨ ਲੱਗ ਜਾਂਦਾ ਨਾ, ਸਲੋ ਮੋਸ਼ਨ 'ਚ ਪੈ ਜਾਂਦਾ। ਤੁਸੀਂ ਕਿੰਨਾ ਵੀ ਪੜ੍ਹਨ ਦੀ ਕੋਸ਼ਿਸ਼ ਕਰੋ, I tried a lot, everybody was trying to be positive, but ਕਿਤੇ ਨਾ ਕਿਤੇ you don't feel the same, there's a bit difference, but yeah, you have to be strong and you know, so ਮੇਰੇ ਵੀ ਹੁਣ ਕੁਝ ਕਿਲੋਜ਼ ਗੇਨ ਹੋਏ, as I said 2-3-4 ਕਿਲੋ। ਸੋ ਮੇਰੀ ਡਾਈਟ ਬਹੁਤ ਨਾਰਮਲ ਹੈ। ਮੈਂ ਸਵੇਰੇ ਟਾਈਮ ਨਾਲ ਉੱਠਣ ਦਾ ਆਦੀ ਹਾਂ। ਮੈਂ ਕੁਝ ਸਵੇਰੇ ਡਰਾਈ ਫਰੂਟਸ ਖਾਣਾ, ਪਹਿਲਾਂ ਮੈਂ ਪਾਣੀ ਪੀਣਾ ਐਟਲੀਸਟ 1 ਲੀਟਰ, ਥੋੜਾ ਜਿਹਾ ਵਾਰਮ ਕਰਕੇ, ਕੋਸਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ 'ਚ ਨਿੰਬੂ ਵੀ ਪਾ ਸਕਦੇ ਆ, ਬਟ ਮੈਨੂੰ ਲੋੜ ਨਹੀਂ, ਸੋ ਮੈਂ ਨਹੀਂ ਪਾਉਂਦਾ, ਮੈਂ ਨਾਰਮਲ ਕੋਸਾ ਪਾਣੀ ਪੀਣਾ। ਫਿਰ ਉਸ ਤੋਂ ਬਾਅਦ ਮੈਂ ਥੋੜੇ ਜਿਹੇ ਡਰਾਈ ਫਰੂਟ ਜਿਹੜੇ ਮੈਂ ਰਾਤੀ ਭਿਉਂ ਕੇ ਰੱਖੇ ਹੁੰਦੇ ਆ, ਮੈਂ ਉਹ ਖਾਣਾ। ਨਾਲ ਮੈਂ ਓਟਸ, ਦਲੀਆ ਜਾਂ ਫਿਰ ਕਿਨੋਆ ਜਾਂ ਐਵੇਂ ਦੀ ਕੋਈ ਵੀ ਚੀਜ਼, ਕਈ ਵਾਰੀ ਬਰਾਊਨ ਹੋਲ ਵੀਟ ਬ੍ਰੈਡ ਖਾ ਲੈਣਾ, ਨਾਲ ਆਮਲੇਟ ਬਣਾ ਲੈਣਾ, ਜਾਂ ਫਿਰ ਬੋਇਲ ਐਗ 3-4 ਲੈ ਲੈਣਾ। ਉਹ ਲੈ ਕੇ ਮੈਂ ਘੰਟੇ ਕੁ ਬਾਅਦ ਵੇਟ ਟ੍ਰੇਨਿੰਗ ਕਰਦਾ। ਉਸ ਤੋਂ ਬਾਅਦ ਵੇਟ ਟ੍ਰੇਨਿੰਗ ਤੋਂ ਬਾਅਦ ਮੇਰਾ ਪ੍ਰੋਟੀਨ ਸ਼ੇਕ 1 ਸਕੂਪ। ਸੋ ਨਾਰਮਲੀ ਮੈਂ ਜਿਹੜੇ ਸਪਲੀਮੈਂਟਸ ਨੇ ਜ਼ਿਆਦਾ ਸਪੋਰਟ ਨਹੀਂ ਕਰਦਾ ਉਹਨਾਂ ਨੂੰ, ਬਟ ਜਿਹੜੀਆਂ ਬੇਸਿਕ ਚੀਜ਼ਾਂ ਨੇ, ਜਿੱਦਾਂ ਪ੍ਰੋਟੀਨ ਤੁਹਾਨੂੰ ਅਕੋਰਡਿੰਗ ਟੂ ਯੋਰ ਬੋਡੀ, ਤੁਹਾਡੀ ਜਿੰਨੀ ਹਾਈਟ ਹੈ, ਤੁਹਾਡੀ ਜਿੰਨੇ ਕਿਲੋ ਵੇਟ ਹੈ, ਜਿੰਨਾ ਮਸਲ ਹੈ, ਉਹਦੇ ਲਈ ਪ੍ਰੋਟੀਨ ਤੁਹਾਨੂੰ ਇਕੁਅਲੀ ਚਾਹੀਦਾ। ਹੁਣ ਮੈਂ ਕੁਝ ਟਾਈਮ ਤੋਂ ਚਿਕਨ 1.5-2 ਸਾਲ ਹੋ ਗਏ ਚਿਕਨ ਵੀ ਛੱਡਤਾ, ਸੋ ਆਈ ਐਮ ਓਨਲੀ ਈਟਿੰਗ ਹੈਵਿੰਗ ਐਗਸ। ਬਹੁਤ ਥੋੜਾ ਜਿਹਾ ਅਮਾਊਂਟ ਪ੍ਰੋਟੀਨ ਦਾ, ਮੈਂ ਕੁਝ 8-10 ਐਗਸ ਖਾਣਾ ਇੱਕ ਦਿਨ 'ਚ। ਸੇ 1 ਤੋਂ 1.5 ਸਕੂਪ ਮੇਰਾ ਪ੍ਰੋਟੀਨ ਦੀ ਸਰਵਿੰਗ ਹੈ ਪੋਸਟ ਵਰਕਆਊਟ ਓਨਲੀ। ਨਹੀਂ ਤਾਂ ਲੋਕੀ ਕਹਿੰਦੇ ਆ ਪਤਾ ਨਹੀਂ ਕਿੰਨੇ ਸਕੂਪ ਪ੍ਰੋਟੀਨ ਪੀਣਾ ਪੈਂਦਾ, ਐਂਡ ਚਿਕਨ ਖਾਣਾ ਪੈਂਦਾ, ਇਹ ਖਾਣਾ ਪੈਂਦਾ। ਸੋ ਆਈ ਐਮ ਨਾਟ ਹੈਵਿੰਗ ਐਨੀਥਿੰਗ।
ਸੋ ਪੋਸਟ ਵਰਕਆਊਟ ਆਈ ਵਾਸ ਸੇਇੰਗ ਕਿ ਮੈਂ ਵੇ ਪ੍ਰੋਟੀਨ ਦਾ ਇੱਕ ਜਾਂ ਡੇਢ ਸਕੂਪ ਅਕੋਰਡਿੰਗ ਟੂ ਮਾਈ ਬੋਡੀ weight ਆਈ ਟੇਕ ਅਬਾਊਟ 40 ਗ੍ਰਾਮ 35 ਗ੍ਰਾਮ ਆਫ ਪ੍ਰੋਟੀਨ। ਉਸ ਤੋਂ ਬਾਅਦ ਬੜੀ ਬੇਸਿਕ ਖਾਣਾ ਜਿਹੜਾ ਲੰਚ ਹੁੰਦਾ ਆਪਣਾ ਬਿਲਕੁਲ ਬੇਸਿਕ, ਜਿਹਦੇ ਚ ਦਾਲ ਸਬਜ਼ੀ ਕਰਡ ਰੋਟੀ ਰਾਈਸ ਲੱਸੀ ਨਾਲ ਹੋ ਗਈਆਂ, ਜੋ ਬੇਸਿਕ ਹੈ ਬਿਲਕੁਲ, 3-4 ਬੋਇਲ ਐਗ ਹੋ ਗਏ ਜਾਂ ਆਮਲੇਟ ਬਣਾ ਲਿਆ, ਵੈਰੀ ਬੇਸਿਕ, ਉਹ ਮੇਰਾ ਹੁੰਦਾ। ਫਿਰ ਉਸ ਤੋਂ ਬਾਅਦ ਅਰਾਊਂਡ 4-5 PM ਇੱਕ ਛੋਟਾ ਜਿਹਾ ਸਨੈਕ ਮੀਲ ਹੁੰਦਾ, ਕਈ ਵਾਰੀ ਮੈਂ ਚਾਹ ਪੀ ਲੈਂਦਾ ਜਾਂ ਫਿਰ ਗ੍ਰੀਨ ਟੀ ਪੀ ਲੈਂਦਾ ਨਾਲ। ਸੋ ਆਈ ਹੈਵ ਬਰਾਊਨ ਬ੍ਰੈਡ ਵਿਦ ਪੀਨਟ ਬਟਰ ਜਾਂ ਬੋਇਲਡ ਐਗ ਜਾਂ ਫਿਰ ਵਿਦ ਚੀਜ਼। So there are a couple of other things I add. Then we come to the dinner around 7 or 8. I prefer mostly boiled या फिर steamed या फिर grilled fish Okay. with a couple of vegetables like sauté veggies you can say, or boiled veggies like mushroom हो गए, broccoli हो गई, जी। शिमला मिर्च ਜਿਹਨੂੰ ਕਹਿੰਦੇ ਆਪਾਂ, ਜਾਂ maybe other capsicums like bell pepper, green, अपना yellow and red, then zucchini hogi. So these 4-5 things I try to mix it up and make a like healthy salad. Sometime I have with fish, sometime with the 3 or 4 boiled eggs. So I try to have this in the dinner. So ਮੈਨੂੰ ਲੱਗਦਾ ਕਿ ਸਿਰਫ ਡਿਨਰ 'ਚ ਤੁਸੀਂ ਕਾਰਬਸ ਅਵੋਇਡ ਕਰਦੇ ਹੋ ਨਾ, ਕਾਰਬੋਹਾਈਡਰੇਟ ਜਿਹੜੀਆਂ ਨੇ, ਸੋ ਤੁਸੀਂ ਫਿਟ ਰਹਿੰਦੇ ਹੋ। ਕਿਉਂਕਿ ਸੌਣ ਦੇ ਟਾਈਮ ਤੁਹਾਡੀ ਬਾਡੀ ਜਿਹੜੀ ਹੈ ਬਿਲਕੁਲ ਸਲੀਪਿੰਗ ਮੋਡ 'ਚ ਚਲੀ ਜਾਂਦੀ ਹੈ ਨਾ, ਉਦੋਂ ਤੁਸੀਂ ਕਾਰਬਸ ਨਾ ਖਾਓ। ਫਾਈਬਰ ਬਹੁਤ ਜ਼ਰੂਰੀ ਨੀਡ ਹੈ ਜਿਹਨੂੰ ਅਸੀਂ ਅਵੋਇਡ ਕਰਦੇ, ਜਿਹਨੂੰ ਆਪਾਂ ਗ੍ਰੀਨ ਸਬਜ਼ੀਆਂ ਕਹਿੰਦੇ ਹਾਂ ਸਾਰੀਆਂ। ਸੋ ਜੇ ਸੌਣ ਦੇ ਟਾਈਮ ਤੁਸੀਂ ਥੋੜਾ ਜਿਹਾ ਪ੍ਰੋਟੀਨ ਜਿੱਦਾਂ ਫਿਸ਼ ਐਂਡ ਐਗ ਹੋ ਗਿਆ, ਫਿਰ ਥੋੜਾ ਜਿਹਾ ਤੁਸੀਂ ਨਾਲ ਫਾਈਬਰ ਲੈ ਲਿਆ, ਜਿਹੜੀਆਂ ਸਬਜ਼ੀਆਂ ਮੈਂ ਗਣਾਈਆਂ ਨੇ। ਸੋ ਦਿਸ ਇਜ਼ ਗੁੱਡ ਇਨਫ। ਤੁਸੀਂ ਕਾਰਬਸ ਜਿਹੜੀਆਂ ਨੇ ਉਹ ਘੱਟ ਸੌਣ ਦੇ ਟਾਈਮ ਲਓ ਤਾਂ ਉਹ ਫੈਟ ਜਿਹੜਾ ਸਟੋਰ ਨਹੀਂ ਹੁੰਦਾ। ਤੁਸੀਂ ਸਵੇਰੇ ਪਰੌਂਠੇ ਵੀ ਖਾ ਸਕਦੇ ਆ। ਮੈਂ ਵੀਕ 'ਚ ਮੈਨੂੰ ਲੱਗਦਾ 3 ਦਿਨ ਮੇਰੇ ਪਰੌਂਠੇ ਹੋ ਜਾਂਦੇ ਆ ਸਵੇਰੇ, ਪੋਸਟ ਵਰਕਆਊਟ ਜਾਂ ਪ੍ਰੀ ਵਰਕਆਊਟ ਵੀ ਸਮ ਟਾਈਮ ਆਈ ਹੈਵ। So that's pretty fine. That's yeah, pre-workout ਖਾ ਕੇ ਪਰੌਂਠੇ ਤੇ ਅਗਰ ਤੁਸੀਂ 2-3 ਪਰੌਂਠੇ ਖਾਣੇ ਆ, you wait for 1.5 hour or 2 hour, so then you can go and work out. So pre-workout and post-workout you can have, but ਪਰੌਂਠੇ ਇਹ ਨਹੀਂ ਵੀ ਬਾਹਰੋਂ ਭੇੜੇ ਤੇਲ ਦੇ ਬਣਾ ਕੇ ਦਿਖਾਈ ਜਾਓ। ਇਹ ਆ ਵੀ ਪਰੌਂਠੇ ਘਰ ਦੇ ਘੱਟੋ ਘੱਟ ਤੁਹਾਡੇ ਘਰ ਦਾ ਆਇਲ ਹੈ ਜਿਹੜਾ, ਜਾਂ ਤਾਂ ਓਲੀਵ ਆਇਲ 'ਚ ਬਣਾ ਕੇ ਜਾਂ ਫਿਰ ਘਰ ਦਾ ਸਰੋਂ ਦਾ ਤੇਲ ਉਹਦੇ 'ਚ ਬਣਾ ਕੇ, ਦੇਸੀ ਘਿਓ ਜਾਂ ਮੱਖਣ ਦੇ ਨਾਲ। ਹੁਣ ਆਪਾਂ ਬਟਰ ਜਿਹੜਾ ਬਾਜ਼ਾਰੋਂ ਲੈ ਕੇ ਖਾਈ ਜਾਵਾਂਗੇ, ਪਰੌਂਠੇ ਮੰਗਾ ਕੇ ਸਵੀਗੀ ਤੋਂ ਜ਼ੋਮੈਟੋ ਤੋਂ ਆਰਡਰ ਕਰਕੇ ਖਾਈ ਜਾਵਾਂਗੇ, ਸੋ ਯੂ ਗੋਣਾ ਗੈਟ ਸਮਥਿੰਗ ਐਲਸ, ਰਾਈਟ? ਸੋ ਜਿਹੜੀ ਘਰ ਡੈਫੀਨਿਟਲੀ ਆਪਾਂ ਕੋਈ ਵੀ ਚੀਜ਼ ਕੁੱਕ ਕਰਦੇ ਆ ਉਹ ਬਹੁਤ ਹੈਲਦੀ ਹੁੰਦੀ ਆ। ਜਿਹੜੀ ਬਾਜ਼ਾਰੋਂ ਆਪਾਂ ਮੰਗਾਉਂਦੇ ਆ ਉਹ ਇੱਕ ਹੀ ਆਇਲ ਨੂੰ 50 ਵਾਰੀ ਯੂਜ਼ ਕਰਦੇ ਨੇ, ਉਹ ਬਹੁਤ ਮਾੜਾ ਹੋ ਜਾਂਦਾ, ਉਹੀ ਚੀਜ਼ ਭੈੜੀ ਹੋ ਜਾਂਦੀ ਹੈ। ਸੋ ਬੇਸਿਕ ਡਾਈਟ ਜਿਹੜੀ ਆ ਉਹ ਬੈਸਟ ਹੁੰਦੀ ਹੈ ਜਿਹੜੀ ਤੁਸੀਂ ਆਲਵੇਜ਼ ਫੋਲੋ ਕਰ ਸਕੋ। ਜਿੰਨਾ ਆਪਾਂ ਫੈਂਸੀ ਚੀਜ਼ਾਂ ਜਾਵਾਂਗੇ, ਹੁਣ ਮੈਂ ਗੱਲਾਂ ਕਰਨ ਲੱਗ ਪਾ ਆਵਕਾਡੋ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਲੋਟ ਆਫ ਅਦਰ ਥਿੰਗਸ ਆਰ ਦੇਅਰ, ਹੈਨਾ। ਜਿੰਨਾ ਆਪਾਂ ਫੈਂਸੀ ਚੀਜ਼ਾਂ ਜਾਵਾਂਗੇ ਉਹ ਆਪਾਂ ਨੂੰ ਅਵੇਲੇਬਲ ਹੋਣੀ ਮੁਸ਼ਕਿਲ ਹੁੰਦੀ ਹੈ, ਬਹੁਤ ਮੁਸ਼ਕਿਲ ਹੁੰਦੀ ਹੈ। ਅਫੋਰਡੇਬਲ ਵੀ ਮਿਲਦਾ, ਅਫੋਰਡੇਬਲ ਡੈਫੀਨਿਟਲੀ ਬਹੁਤ ਸਾਰੇ ਲੋਕੀ ਨਹੀਂ ਕਰ ਸਕਦੇ, ਉਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਨਾ। ਉਹ ਬਹੁਤ ਘੱਟ ਲੋਕ ਨੇ ਜਿਹੜੇ ਅਫੋਰਡ ਕਰ ਸਕਦੇ ਨੇ। ਔਰ ਕਈ ਵਾਰੀ ਕੀ ਹੁੰਦਾ, ਤੁਸੀਂ weight ਘਟਾਉਣ ਦੇ ਚੱਕਰ 'ਚ ਇੱਕ ਵਾਰੀ ਇੱਕ ਡਾਈਟ ਸ਼ੈਡਿਊਲ ਬਣਾ ਵੀ ਲੈਂਦੇ ਹੋ, ਲਾਈਕ no carbs, I'm gonna have only protein, or only fiber. So some people go on the keto, like they only have fiber and protein or a lot of fats, no carbs. But ਉਹਦੇ ਨਾਲ ਕੀ ਹੈ, ਫਿਰ ਜਦੋਂ ਤੁਸੀਂ ਛੱਡੋਗੇ, ਇੱਕ ਵਾਰੀ ਛੱਡੋਗੇ, ਤੁਸੀਂ ਆ ਕੇ ਨਾਰਮਲ, ਕਦੇ ਤਾਂ ਨਾਰਮਲ ਆਓਗੇ ਤੁਸੀਂ ਹਮੇਸ਼ਾ। ਯੂ ਕੈਨ ਨਾਟ ਲਿਵ ਔਨ ਕੀਟੋ ਔਰ ਯੂ ਕੈਨ ਨਾਟ ਬੀ ਹੈਵਿੰਗ ਡਾਈਟਿੰਗ ਆਲ ਦ ਟਾਈਮ। ਫਿਰ ਉਹ ਹੋਰ ਜ਼ਿਆਦਾ ਬੂਸਟ ਕਰਦੀ ਹੈ। ਮੇਰਾ ਮੰਨਣਾ ਇਹ ਹੈ ਕਿ ਤੁਸੀਂ ਚੀਜ਼ਾਂ ਨੂੰ ਮੇਕ ਇਟ ਸਿੰਪਲ ਐਂਡ ਬੈਲੈਂਸਡ। ਯੂ ਨੀਡ ਟੂ ਵਰਕ ਮੋਰ, ਯੂ ਨੀਡ ਟੂ ਵਰਕ ਹਾਰਡ, ਯੂ ਨੀਡ ਟੂ ਬਰਨ ਮੋਰ ਕੈਲਰੀਜ਼। ਤੁਹਾਡਾ ਵਰਕਆਊਟ ਇੰਟੈਂਸ ਹੋਣਾ ਚਾਹੀਦਾ। ਯੂ ਨੀਡ ਟੂ ਬਰਨ ਮੋਰ ਕੈਲਰੀਜ਼, ਈਟ ਲੈਸ ਜੇ ਤੁਸੀਂ weight ਰਿਡਿਊਸ ਕਰਨਾ ਹੈ। ਜੇ ਤੁਸੀਂ ਬੈਲੈਂਸ ਕਰਨਾ ਹੈ, ਸੋ ਯੂ ਨੀਡ ਟੂ ਵਰਕ ਆਊਟ, ਲਾਈਕ ਬੈਲੈਂਸ ਯੋਰ ਵਰਕਆਊਟ ਐਂਡ ਬੈਲੈਂਸ ਯੋਰ ਮੀਲ। ਸੋ ਯੂ ਫਿਟ ਐਂਡ ਫਾਈਨ ਐਂਡ ਹੈਲਦੀ। ਤੁਸੀਂ ਹੁਣ ਕਈ ਵਾਰੀ ਹੁੰਦਾ ਲੋਕੀ ਕਹਿੰਦੇ ਸਾਰਾ ਕੁਝ ਛੱਡ ਕੇ ਵਿਦਆਊਟ ਕਾਰਬਸ, ਸਾਡੇ ਬਾਡੀ 'ਚ ਬਹੁਤ ਸਾਰੇ ਆਰਗਨਸ ਨੇ, ਸਾਡਾ ਦਿਮਾਗ ਹੈ, ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਕਾਰਬਸ ਵੀ ਚਾਹੀਦੇ ਆ। ਸੋ ਆਪਾਂ ਸਾਰਾ ਕੁਝ ਛੱਡ ਕੇ ਆ ਜਾਵਾਂਗੇ, ਫਿਰ ਕਹਿਣਗੇ ਕਿ ਦਿਮਾਗ ਕੰਮ ਨਹੀਂ ਕਰਦਾ, ਇਹ ਹੋ ਗਿਆ, ਉਹ ਹੋ ਗਿਆ, ਇਟ ਬਿਕਮਸ ਡਿਫਿਕਲਟ ਇਵੈਂਚੁਅਲੀ, ਹੈ ਨਾ। ਸੋ ਆਈ ਲਾਈਕ ਟੂ ਬੈਲੈਂਸ ਐਵਰੀਥਿੰਗ ਇਨ ਅ ਵੈਰੀ ਗੁੱਡ ਵੇ, ਵੈਰੀ ਬੇਸਿਕ ਡਾਈਟ ਜਿਹੜੀ ਹਰ ਥਾਂ ਤੇ ਅਵੇਲੇਬਲ ਹੋ ਜਾਂਦੀ ਹੈ। ਐਂਡ ਤੁਹਾਡਾ ਸਰੀਰ ਵੀ ਖੁਸ਼ ਰਹਿੰਦਾ, ਤੁਹਾਡਾ ਦਿਮਾਗ ਵੀ ਖੁਸ਼ ਰਹਿੰਦਾ, ਤਾਂ ਵੇਖਣ ਵਾਲੇ ਮੈਨੂੰ ਲੱਗਦਾ ਵੀ ਹੀ ਇਜ਼ ਅ ਫਿਟ। ਬਿਲਕੁਲ। ਸੋ ਕੋਈ ਚੀਟ ਮੀਲ ਹੈ ਵਿਕਰਮ ਦੀ, ਜਾਂ ਫਿਰ ਪਰਾਂਠੇ ਤਾਂ ਤੁਸੀਂ ਕਿਹਾ ਕਿ ਮੈਂ ਕਹੂੰ ਆਈ ਲਾਈਕ ਟੂ ਹੈਵ ਪਰੌਂਠੇ। ਹੁਣ ਤੁਸੀਂ ਮੰਨਣਾ, ਜੇ ਮੈਂ ਤੁਹਾਨੂੰ ਕਹੂੰਗਾ ਕਿ ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ 3 ਸਾਲ ਪਹਿਲਾਂ ਦੀ। ਸੋ ਪਹਿਲਾਂ ਮੈਂ weight training ਬਹੁਤ ਸਟਰੋਂਗ ਹੈਵੀ ਕਰਦਾ ਹੁੰਦਾ ਸੀ। ਜਦੋਂ ਤੁਹਾਨੂੰ ਦੱਸਿਆ ਸੀ ਮੇਰੇ ਬੈਕ 'ਚ ਇੰਜਰੀ ਹੋ ਗਈ ਸੀ, ਡੈਡ ਲਿਫਟ ਐਂਡ ਸਕੁਆਟਸ, ਆਈ ਯੂਜ਼ਡ ਟੂ ਡੂ ਰੀਲੀ ਹੈਵੀ weight training।
ਉਦੋਂ ਮੈਂ ਪੋਸਟ ਵਰਕਆਊਟ 10-10 ਪਰੌਂਠੇ ਖਾਂਦਾ ਹੁੰਦਾ ਸੀ, ਵਿੱਚ ਇੱਕ ਕੌਲੀ ਘਿਓ ਦੀ, ਦੇਸੀ ਘਿਓ ਦੀ ਭਰ ਕੇ, ਹਨਾ। ਸੀਰੀਅਸਲੀ? ਸੋ if I tell somebody they won't believe, even you won't believe, ਹੈ ਨਾ, ਬਟ ਮੈਂ ਖਾਂਦਾ ਸੀਗਾ। So you can have, if you work out healthy, you work out strong, you can have that as well. So ਮੈਂ ਉਦੋਂ ਬਹੁਤ strong, ਬਹੁਤ ਜ਼ਿਆਦਾ like weight lifting ਵੱਲੋਂ ਬਹੁਤ ਜ਼ਿਆਦਾ strong ਸੀਗਾ। ਓਕੇ। So ਬਟ ਹੁਣ ਘੱਟ ਖਾਣਾ, ਹੁਣ 2-3 I think ਤੁਹਾਨੂੰ ਫੂਡ ਓਨਾ ਹੀ ਖਾਣਾ ਚਾਹੀਦਾ ਜਿੰਨੀ ਸਰੀਰ ਤੇ ਲੋੜ ਹੈ, ਸਰੀਰ ਨੂੰ ਲੋੜ ਹੈ ਨਾ। ਜੇ ਆਪਾਂ ਬਹੁਤ ਜ਼ਿਆਦਾ ਵੀ ਖਾ ਲਈਏ ਓਵਰਈਟਿੰਗ ਕਰਨਾ ਵੀ ਬਿਲਕੁਲ ਵੇਸਟ ਹੀ ਹੋਣਾ। ਸੋ ਦੇयर ਇਜ਼ ਓਨਲੀ ਵਨ ਥਿੰਗ ਯੂ ਨੀਡ ਟੂ ਰਿਮੈਂਬਰ ਕਿ ਤੁਸੀਂ ਜੋ ਫੂਡ ਖਾਂਦੇ ਆ ਉਹ ਤੁਹਾਡੇ ਸਰੀਰ ਲਈ ਆ, ਹੈਲਥ ਲਈ ਆ। ਇਟਸ ਨਾਟ ਅ ਡਸਟਬਿਨ that you keep on putting everything, ਹੈ ਨਾ। So I had all the plans, I have experienced everything. ਬਹੁਤ ਜ਼ਿਆਦਾ ਖਾ ਕੇ ਵੀ, ਪੁੱਠਾ ਖਾ ਕੇ ਵੀ, ਪੀਜ਼ੇ ਖਾ ਕੇ ਵੀ, ਨੂਡਲਸ ਖਾ ਕੇ ਵੀ, I have all the experiences. So then I come to the conclusion ਕਿ ਜੇ ਤੁਸੀਂ ਹਰ ਚੀਜ਼ ਪ੍ਰੋਪਰ ਬੈਲੈਂਸ ਕਰਕੇ ਰੱਖੋਗੇ ਤਾਂ ਯੂ ਗੋਣਾ ਬੀ ਹੈਲਦੀ ਫੋਰਐਵਰ। ਸੋ ਇੱਕ ਕਲੀਨ ਡਾਈਟ ਵਾਲਾ ਮਤਲਬ ਤੁਸੀਂ ਫੰਡਾ ਕਦੋਂ ਤੋਂ ਅਪਣਾਉਣਾ ਸ਼ੁਰੂ ਕੀਤਾ? ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ? I think it's been many years now. More than 6-7 years. Okay. So no, it's not a complete clean diet, but I have a very basic diet, है ना, with the proper amount of carbs and fat and fiber and but ਇਹ ਹੈ ਕਿ ਸਿਰਫ ਮੈਂ ਇੱਕ ਚੀਜ਼ ਥੋੜੇ ਟਾਈਮ ਤੋਂ ਫੋਲੋ ਕੀਤੀ ਆ, ਜਿਹੜੀ 5 ਸਾਲ ਤੋਂ, ਕਿ ਜਿਹੜਾ ਤੁਹਾਡਾ ਡਿਨਰ ਹੈ, ਲਾਸਟ ਮੀਲ ਹੈ, ਸਿਰਫ ਤੁਸੀਂ ਉਹਦੇ 'ਚ ਕਾਰਬਸ ਅਵੋਇਡ ਕਰ ਦਿਓ। ਅਗਰ ਤੁਹਾਡਾ ਵਰਕਆਊਟ ਤੁਸੀਂ ਵਧੀਆ ਕਰ ਰਹੇ ਆ ਤੇ ਯੂ ਗੋਣਾ ਬੀ ਹੈਲਦੀ ਫੋਰਐਵਰ। ਕਈ ਲੋਕ ਅਵੋਇਡ ਕਰਦੇ ਆ ਆਪਣੀ ਨਾਈਟ ਦੀ ਜਿਹੜੀ ਮੀਲਸ ਨੂੰ, ਕਹਿੰਦੇ ਕਿ ਸੂਪ ਪੀ ਲਓ ਬਸ, ਉਹ ਠੀਕ ਹੈ, ਇਨਫ ਹੈ, ਜੇ ਅਗਰ ਤੁਸੀਂ weight lose ਕਰ ਰਹੇ ਹੋ ਖਾਸ ਕਰ। ਸੋ ਤੁਹਾਨੂੰ ਕੀ ਲੱਗਦਾ ਇਹ ਸਹੀ ਚੀਜ਼ ਹੈ ਕਿ ਮਤਲਬ ਖਾਣਾ ਹੀ? I think there are many ways of doing different techniques ਨੇ, different ਤਰ੍ਹਾਂ ਦੀ ਸਾਇੰਸ ਹੈ, ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਵੀ ਮੇਬੀ ਹੋ ਸਕਦਾ ਹੈਲਦੀ ਆ। ਅਗਰ ਤੁਸੀਂ ਸ਼ਾਮ ਦਾ ਜਿਹੜਾ ਈਵਨਿੰਗ ਸਨੈਕ ਮੀਲ ਹੈ ਜਿਹੜਾ, ਉਹ ਤੁਸੀਂ 4-5 ਵਜੇ ਲੈਂਦੇ ਹੋ, ਉਸ ਤੋਂ ਬਾਅਦ ਇਫ ਯੂ ਡੋਂਟ ਫੀਲ ਹੰਗਰੀ ਸੋ ਸੂਪ ਵੀ ਤੁਸੀਂ ਲੈਂਦੇ ਹੋ, ਦੈਟਸ ਗੁੱਡ ਇਨਫ। ਜਾਂ ਕਈ ਲੋਕੀ ਇੰਟਰਮਿਟੈਂਟ ਫਾਸਟਿੰਗ ਕਰਦੇ ਨੇ, ਦੇ ਹੈਵ देयर ਲਾਸਟ ਮੀਲ ਲਾਈਕ 8 ਵਜੇ 9 ਵਜੇ, ਦੈਨ ਉਸ ਤੋਂ ਬਾਅਦ ਉਹ 16 ਘੰਟੇ ਕੁਝ ਨਹੀਂ ਖਾਂਦੇ, ਦੇ ਹੈਵ ਜਸਟ ਵਾਟਰ ਔਰ ਦ ਗ੍ਰੀਨ ਟੀ ਔਰ ਦ ਬਲੈਕ ਕਾਫੀ। ਸੋ ਦੈਟ ਆਲਸੋ ਵਰਕਸ। ਸੋ ਦੇਰ ਆਰ different ways how you want to be। ਔਰ ਇਹ ਚੀਜ਼ਾਂ ਬਹੁਤ ਸਿੰਪਲ ਨੇ। ਪਹਿਲੇ ਦਿਨ ਤੁਹਾਨੂੰ ਹਰ ਚੀਜ਼ ਦੁਨੀਆ ਦੀ ਔਖੀ ਲੱਗਦੀ ਆ, ਹਰ ਚੀਜ਼ ਦੁਨੀਆ ਦੀ ਔਖੀ ਲੱਗਦੀ, ਕੱਖ ਵੀ ਤੁਸੀਂ ਕਰਨਾ ਹੋਵੇ ਡਿਫਰੈਂਟ, ਹੈ ਨਾ। ਬਟ ਇਹ ਬਹੁਤ ਸਿੰਪਲ ਚੀਜ਼ਾਂ ਨੇ, ਜਦੋਂ ਤੁਸੀਂ ਸ਼ੁਰੂਆਤ ਕਰੋ ਸਭ ਕੁਝ ਹੋ ਜਾਂਦਾ। ਹੁਣ ਮੈਨੂੰ ਭੁੱਖ ਬਹੁਤ ਲੱਗਦੀ ਆ, ਹੁਣ ਥੋੜੀ ਘਟੀ ਆ ਕਿਉਂਕਿ ਮੈਂ ਹੁਣ ਸਮਝ ਗਿਆ ਸਿਸਟਮ ਕੀ ਆ। ਪਹਿਲਾਂ ਜਿਵੇਂ ਮੈਂ ਦੱਸਦਾ ਤੁਹਾਨੂੰ ਕਿ 10-10 ਪਰੌਂਠੇ ਖਾਂਦਾ ਸੀਗਾ, ਸੋ ਸਵੇਰੇ ਉੱਠਦੇ ਹੀ ਮੈਨੂੰ ਵਿਦਿਨ 45 ਮਿੰਟਸ ਔਰ 1 hour I used to need a big meal। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਸੀ। Then one of my friend came across this idea of intermittent fasting. I'm talking about like six years ago. ਅੱਛਾ। So he tried to explain me the whole thing. ਬਹੁਤ ਉਹਨੇ ਸਮਝਾਇਆ ਪਰ ਮੈਂ ਉਹਦੀ ਗੱਲ ਸਮਝਿਆ ਨਹੀਂ। ਉਹ ਕਹਿੰਦਾ ਮੇਰੇ ਕਹਿਣ ਤੇ ਤੂੰ ਕਰਕੇ ਵੇਖ। So I tried। ਪਹਿਲਾ ਦਿਨ ਸੀਗਾ ਜਿਹੜਾ ਮੈਨੂੰ ਪਤਾ ਮੈਂ 16 ਘੰਟੇ ਕਿਵੇਂ ਕੱਢੇ ਸੀਗੇ ਬਿਨਾਂ ਫੂਡ ਤੋਂ, ਹੈ ਨਾ। ਬਟ 5-6 ਦਿਨ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ, ਬੋਡੀ ਨੇ ਅਡੈਪਟ ਕਰ ਲਿਆ, then it became so normal। ਸੋ ਕੋਈ ਵੀ ਚੀਜ਼ ਤੁਸੀਂ ਸ਼ੁਰੂ ਕਰਦੇ ਹੋ, ਸਿਰਫ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ, ਉਸ ਤੋਂ ਬਾਅਦ ਇਟ ਬਿਕਮਸ ਵੈਰੀ ਈਜ਼ੀ। ਸੋ ਮਿੱਠਾ ਖਾਣ ਦੇ ਸ਼ੌਕੀਨ ਹੋ ਤੁਸੀਂ? ਬਹੁਤ ਜ਼ਿਆਦਾ। ਕੀ ਸਭ ਤੋਂ ਜ਼ਿਆਦਾ ਖਾਂਦੇ ਹੋ ਮਿੱਠੇ ਦੇ ਵਿੱਚ? ਮਿੱਠੇ 'ਚ ਮਿੱਠਾ ਕੁਝ ਵੀ ਹੋਵੇ, ਕੁਝ ਵੀ ਹੋਵੇ। ਬਟ ਬਿਕਾਜ਼ ਆਫ ਦਿਸ I have to avoid, so ਮੈਨੂੰ ਬੁਰਾ ਲੱਗਦਾ ਫਿਰ, I cannot have all the time। I want to but I cannot। So once in a week maybe I have। ਸਭ ਤੋਂ ਫੇਵਰੇਟ ਮੇਰਾ ਰਸਗੁੱਲੇ ਆ। ਅੱਛਾ। ਸੋ ਰਸਗੁੱਲੇ ਖਾ ਕੇ ਨਾਲ ਜਿਹੜਾ ਉਹਦਾ ਚਾਸ਼ਨੀ ਜਿਹਨੂੰ ਕਹਿੰਦੇ ਮਿੱਠਾ ਪਾਣੀ, ਉਹ ਵੀ ਪੀਣ ਦਾ ਸ਼ੌਕੀਨ ਆ ਮੈਂ। but eventually you cannot have। It's not healthy, it's not good for your body। But as you said, cheat meal once in a week, maybe you can have। Okay। Not always। ਜਿੱਦਾਂ ਤੁਸੀਂ ਕਿਹਾ ਕਿ ਹੁਣ ਲਾਈਕ ਤੁਸੀਂ ਆਪਣੀ 3-4 ਜਿਹੜੀ ਹੈ ਡੇ ਦੀ ਮੀਲ ਦੱਸੀ ਹੋਈ ਕਿ ਮੈਂ ਇੰਨੇ ਵਜੇ ਲੈਣਾ, ਇੰਨੇ ਵਜੇ ਖਾਣਾ। ਸੋ ਇਨ ਬਿਟਵੀਨ ਕਈ ਕਹਿੰਦੇ ਆ ਕਿ 2 ਘੰਟੇ ਬਾਅਦ ਕੁਛ ਨਾ ਕੁਛ ਤੁਸੀਂ ਖਾਂਦੇ ਰਿਹਾ ਕਰੋ, ਅਮਾਊਂਟ ਛੋਟੀ ਰੱਖੋ ਬਟ ਕੁਛ ਨਾ ਕੁਛ ਖਾਂਦੇ ਰਿਹਾ ਕਰੋ। ਸੋ ਜਦੋਂ ਤੁਹਾਨੂੰ ਕ੍ਰੇਵਿੰਗ ਹੁੰਦੀ, ਹਾਲਾਂਕਿ ਤੁਸੀਂ ਕਿਹਾ ਕਿ 6 ਸਾਲ ਤੋਂ ਮੇਰਾ ਇਦਾਂ ਦਾ ਰੂਟੀਨ ਬਣਿਆ ਹੋਇਆ। I tried that also, having 6 or 7 meals a day। I tried that। ਮੈਂ ਮੀਲ ਕੈਰੀ ਕਰਕੇ ਨਾਲ ਰੱਖਦਾ ਸੀ, ਜਾਂਦਾ ਸੀ। ਫਿਰ ਮੈਂ then I came to this idea, ਮੈਂ ਕਿਹਾ ਯਾਰ ਮੈਂ ਇੱਥੇ ਖਾਣਾ ਖਾਣੀ ਆਇਆ ਵਾਂ, then you cannot think anything else। all the time you're like food, ਇੰਨੇ ਵੱਜ ਗਏ ਮੇਰਾ food, ਇੰਨੇ ਵੱਜ ਗਏ ਮੇਰਾ ਆ food, ਇੰਨੇ ਵੱਜ ਗਏ ਮੇਰਾ ਆ meal। we are not
वो कहते भी जीने के लिए खाता है कि खाने के लिए जीता है। बिल्कुल। इवेंचुअली यू फील कि यार मैं तो खाने के लिए जी रहा जी रहा, हूँ। बिल्कुल। तो 6-7 मील इट्स लाइक नॉट हैपनिंग। सो आई थिंक 3 मील ਜੇ ਤੁਸੀਂ ਪ੍ਰੋਪਰ ਲੈਣੇ ਹੋ 3 to 4 ਮੀਲ ਇਜ਼ ਗੁੱਡ ਇਨਫ। 4 ਮੀਲ ਇਜ਼ ਦ ਬੈਸਟ ਆਈਡੀਆ। ਸੋ ਜਿੱਦਾਂ ਗਰਮੀਆਂ ਦੇ ਵਿੱਚ ਕਿਉਂਕਿ ਦਿਨ ਲੰਬੇ ਹੁੰਦੇ ਆ ਹੈ ਨਾ, ਸਰਦੀਆਂ ਦੇ ਵਿੱਚ ਨਹੀਂ ਪਤਾ ਚੱਲਦਾ ਜ਼ਿਆਦਾ ਕਿ ਠੀਕ ਹੈ ਕੁਝ ਤੁਸੀਂ ਮਾਰਨਿੰਗ ਬ੍ਰੇਕਫਾਸਟ ਕੀਤਾ ਹੈ, ਉਸ ਤੋਂ ਬਾਅਦ ਤੁਸੀਂ 2 ਜਾਂ 3 ਵਜੇ ਲੰਚ ਕਰ ਰਹੇ ਹੋ, ਉਸ ਤੋਂ ਬਾਅਦ ਡਿਨਰ ਕਰ ਰਹੇ ਹੋ, ਠੀਕ ਹੈ ਇਨਫ ਹੈ। ਬਟ ਗਰਮੀਆਂ ਦੇ ਵਿੱਚ ਦਿਨ ਲੰਬੇ ਹੁੰਦੇ, ਕਈ ਵਾਰ ਬੰਦੇ 2 ਵਾਰ ਆਪਣਾ ਜਿਹੜਾ ਹੈ ਦੁਪਹਿਰ ਦੇ ਵਿੱਚ ਮੀਲ ਖਾਂਦੇ ਹੈ। ਸੋ ਤੁਹਾਨੂੰ ਉਹ ਆਦਤ ਹੈ, ਅਗਰ ਖਾਂਦੇ ਹੋ ਤਾਂ ਕੀ ਖਾਂਦੇ ਹੋ? ਨਹੀਂ, ਮੈਨੂੰ ਆਦਤ ਨਹੀਂ ਹੈਗੀ, ਪਹਿਲਾਂ ਹੈਗੀ ਸੀਗੀ। ਜਦੋਂ ਪਿੰਡ ਰਹਿੰਦਾ ਸੀ ਮੈਂ ਬਹੁਤ ਖਾਂਦਾ ਸੀ, ਸਾਰਾ ਦਿਨ ਚਰਦੇ ਰਹਿੰਦਾ ਸੀ। So my mother used to be fine, my elder sister Gagan. So ਉਹ ਸਾਰਾ ਦਿਨ ਮੇਰੇ ਪਿੱਛੇ ਰਹਿੰਦੀ ਸੀ ਕਿ ਇਹ ਸਾਰਾ ਘਿਓ ਖਾ ਗਿਆ ਕਰਦਾ, ਸਾਰਾ ਆ ਵੀ ਖਾ ਗਿਆ, ਉਹ ਵੀ ਖਾ ਗਿਆ। So you know I used to be so hungry ਕਿਉਂਕਿ maybe ਉਹ ਹਾਰਮੋਨਸ ਉਦਾਂ ਦੇ ਸੀਗਾ। I was 16-17, so ਮੈਂ ਹਰ ਚੀਜ਼ ਖਾ ਜਾਂਦਾ ਸੀ। ਉਹ ਮੇਰੇ ਪਿੱਛੇ ਗਾਲਾਂ ਹੀ ਕੱਢਦੀ ਰਹਿੰਦੀ ਸੀ, ਪਿੱਛੇ ਪੈਂਦੀ ਸੀ। So there was a time, but now I think ਜਦੋਂ ਤੁਸੀਂ ਕੰਮ 'ਚ ਬਿਜ਼ੀ ਹੁੰਦੇ ਹੋ ਤੁਹਾਡਾ ਧਿਆਨ ਜਾਂਦਾ ਨਹੀਂ ਇੰਨਾ। ਤੁਸੀਂ ਜਦੋਂ ਫੂਡ ਦਾ ਤੁਹਾਡੇ ਟਾਈਮ ਹੁੰਦਾ ਉਦੋਂ ਹੀ ਤੁਹਾਡਾ ਧਿਆਨ ਉਧਰ ਜਾਂਦਾ। ਔਰ ਬੀਇੰਗ ਹੈਲਦੀ ਆਈ ਥਿੰਕ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਤੁਸੀਂ ਜਿਹੜੇ ਵੀ 3 ਜਾਂ 4 ਮੀਲ ਲੈਂਦੇ ਹੋ ਉਹ ਤੁਹਾਡੇ ਟਾਈਮ ਉਸੇ ਟਾਈਮ ਤੇ ਹੋਣੇ ਚਾਹੀਦੇ ਨੇ। ਜੇ ਤੁਸੀਂ ਟਾਈਮ ਵੀ ਅੱਗੇ ਪਿੱਛੇ ਕਰਦੇ ਹੋ ਉਹਦਾ ਇਫੈਕਟ ਪੁੱਠਾ ਹੁੰਦਾ। ਉਹ ਕਿਤੇ ਨਾ ਕਿਤੇ ਉਹਦਾ ਇਫੈਕਟ ਤੁਹਾਡੇ ਜਾਂ ਤਾਂ ਉਹ ਐਸਿਡਿਕ ਬਣੂਗੀ ਬਾਡੀ 'ਚ ਹੈ ਨਾ, ਜਾਂ ਤੁਹਾਡੇ ਕੁਝ ਵੀ ਹੋਊਗਾ। ਸੋ ਜੇ ਤੁਸੀਂ ਟਾਈਮ ਸੇਮ ਰੱਖ ਕੇ ਵਧੀਆ ਪ੍ਰੋਪਰ ਟਾਈਮ ਤੇ ਨਿਊਟ੍ਰੀਸ਼ਨ ਲੈਂਦੇ ਹੋ ਤਾਂ ਉਹ ਤੁਹਾਨੂੰ ਫਾਇਦਾ ਕਰਦਾ ਬਹੁਤ। ਓਕੇ, ਸੋ ਵਿਕਰਮ ਥੈਂਕ ਯੂ ਸੋ ਮਚ। ਆਪਣਾ ਡੇਲੀ ਜੋ ਤੁਹਾਡਾ ਰੂਟੀਨ ਹੈ, ਤੁਹਾਡੀ ਡਾਈਟ ਨੂੰ ਲੈ ਕੇ, ਔਰ ਜੋ ਤੁਸੀਂ ਵਰਕਆਊਟ ਸਾਨੂੰ ਲਾਈਕ ਇੰਨਾ ਅੱਛਾ ਵਰਕ ਔਰ ਇੰਨੀ ਅੱਛੀ ਸਟ੍ਰੈਚਿੰਗ ਕਰ ਰਹੇ ਸੀਗੇ, ਮਤਲਬ ਮੈਂ ਦੇਖ ਕੇ ਹੈਰਾਨ ਸੀਗੇ। ਉਹ ਗੋਡ ਅੱਛਾ ਹਾਂ ਵੀ ਕਰ ਲੈਂਦੇ। ਸੋ ਥੈਂਕ ਯੂ ਸੋ ਮਚ ਆਪਣਾ ਟਾਈਮ ਸਾਨੂੰ ਦੇਣ ਦੇ ਲਈ। ਔਰ ਜਾਂਦੇ ਸਾਡੇ ਵਿਅਰਸ ਨੂੰ ਇੰਨਾ ਵੈਸੇ ਤੁਸੀਂ ਟਿਪਸ ਦਿੱਤੀਆਂ ਹੋਈਆਂ, ਮੈਨੂੰ ਲੱਗਦਾ ਕਿ ਬਹੁਤ ਕੰਮ ਆਉਣ ਵਾਲੀ ਉਹਨਾਂ ਦੇ, ਬਟ ਫਿਰ ਵੀ ਕੋਈ ਇੱਕ ਖਾਸ ਟਿਪ ਉਹਨਾਂ ਦੀ ਦੇਣੀ ਹੋਵੇ ਉਹਨਾਂ ਸਾਡੀ ਆਡੀਅנס ਨੂੰ। Yeah, definitely. Thank you very much for this. And I want to say you all, ਪੰਜਾਬੀ 'ਚ ਦੱਸਣਾ ਮੈਂ, ਸਿਹਤ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਦ ਮੋਸਟ ਇੰਪੋਰਟੈਂਟ ਪਾਰਟ ਇਨ ਆਰ ਲਾਈਫ ਸਟਾਈਲ, ਯੋਰ ਬਾਡੀ। ਕਹਿੰਦੇ ਸਰੀਰ ਤੁਹਾਡਾ ਜਿਹੜਾ ਇਹੀ ਤੁਹਾਡਾ ਮੰਦਿਰ ਆ, ਇਹੀ ਤੁਹਾਡਾ ਸਾਰਾ ਕੁਝ ਹੈ। ਜੇ ਤੁਸੀਂ ਸਰੀਰ ਨੂੰ ਵਧੀਆ ਸਵਸਥ ਰੱਖੋਗੇ ਤਾਂ ਲਾਈਫ 'ਚ ਸਾਰਾ ਕੁਝ ਸੈੱਟ ਹੋਗਾ। ਤੁਹਾਡਾ ਦਿਮਾਗ ਫਿੱਟ ਹੋਊਗਾ, ਤੁਹਾਡੇ ਰਿਸ਼ਤੇ ਆਲੇ ਦੁਆਲੇ ਸੈੱਟ ਰਹਿਣਗੇ, ਹੈ ਨਾ, ਤੁਸੀਂ ਦਿਸੋਗੇ ਵਧੀਆ। ਸੋ ਸਰੀਰ ਫਿੱਟ ਰਹੇਗਾ ਤੁਹਾਡੇ ਸੋਹਣੇ ਵਰਕਆਊਟ ਦੇ ਨਾਲ, ਤੇ ਵਧੀਆ ਨਿਊਟ੍ਰੀਸ਼ਨ ਜਿਹੜੀ ਤੁਹਾਡੀ ਡਾਈਟ ਆ, ਜਿਹੜਾ ਤੁਹਾਡਾ ਖਾਣਾ ਆ। ਮੈਂ ਨਹੀਂ ਕਹਿੰਦਾ ਕਿ ਤੁਸੀਂ ਚੀਟ ਕਰੋ ਹੀ ਨਾ, ਤੁਸੀਂ ਮਿੱਠਾ ਖਾਓ ਹੀ ਨਾ, ਪਰੌਂਠੇ ਖਾਓ ਹੀ ਨਾ, ਖਾਓ, ਬਟ ਇੱਕ ਲਿਮਿਟ ਦੇ ਵਿੱਚ। ਇੱਕ ਟਾਈਮ ਸੈੱਟ ਕਰ ਲਓ ਕਿ ਮੈਂ ਹਫਤੇ ਦੇ ਵਿੱਚ ਫਲਾਣੇ ਦਿਨ ਪਰੌਂਠੇ ਵੀ ਖਾਊਂਗਾ, ਮੈਂ ਫਲਾਣੇ ਦਿਨ ਆ ਵੀ ਖਾਊਂਗਾ। ਬਟ ਜੇ ਤੁਸੀਂ ਹੈਲਦੀ ਫੂਡ ਖਾਓਗੇ ਤਾਂ ਯੂ ਵਿਲ ਬੀ ਹੈਲਦੀ ਫੋਰਐਵਰ। ਤੁਹਾਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਸਾਡੀ ਸਿਹਤ ਸਾਡੇ ਜੀਵਨ 'ਚ ਕਿੰਨਾ ਮਹੱਤਵਪੂਰਨ ਰੋਲ ਪਲੇ ਕਰਦੀ ਹੈ ਨਾ। ਸੋ ਫॉर योर हेल्थ you need to be aware. Thank you so much Vikram. Thank you very much. Wonderful being with you. Thank you so much. ਔਰ ਸਾਡੇ ਨਾਲ ਅੱਜ ਸੀਗੇ ਵਿਕਰਮਜੀਤ ਲਿਕਵਿਡ ਸਟਾਰ ਸੀਜ਼ਨ 2 ਦੇ ਇਸ ਐਪੀਸੋਡ ਦੇ ਵਿੱਚ। ਔਰ ਆਈ ਹੋਪ ਤੁਹਾਨੂੰ ਇਹ ਜਿਹੜਾ ਐਪੀਸੋਡ ਹੈ ਪਸੰਦ ਆਇਆ ਹੋਵੇਗਾ। ਬਹੁਤ ਅੱਛੇ ਚੀਜ਼ਾਂ ਜੋ ਹੈ ਅੱਜ ਵਿਕਰਮ ਨੇ ਸਾਡੇ ਨਾਲ ਸ਼ੇਅਰ ਕੀਤੀ, ਆਪਣੀ ਡਾਇਟ ਉਹਨਾਂ ਨੇ ਦੱਸੀ, ਔਰ ਤੁਸੀਂ ਦੇਖਿਆ ਨਾ ਤਾਂ ਕਿਸ ਤਰ੍ਹਾਂ ਵਰਕਆਊਟ ਜਿਹੜਾ ਸੈਸ਼ਨ ਹੈ ਉਹ ਚੱਲਦਾ ਹੈ। ਸੋ ਤੁਸੀਂ ਇਸ ਖਾਸ ਐਪੀਸੋਡ ਦੇ ਵਿੱਚ ਕੀ ਤੁਹਾਨੂੰ ਚੀਜ਼ ਖਾਸ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਔਰ ਅਗਲੀ ਵਾਰ ਕਿਸੇ ਹੋਰ ਸਟਾਰ ਦੇ ਨਾਲ ਕਿਸੇ ਹੋਰ ਜਗ੍ਹਾ ਤੇ ਔਰ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ। ਟਿਲ ਦੈਨ ਮੀ ਦਿਸ ਇਜ਼ ਨੇਹਾ ਮਨਹਾ ਸਾਈਨਿੰਗ ਆਫ। ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।